ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਕਬੁੱਧ ਡੂਮਨੀ ਕੁਦਇਆ ਕਸਾਇਨ, ਪਰ ਨਿੰਦਾ ਘਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਬੁੱਧ ਡੂਮਨੀ ਕੁਦਇਆ ਕਸਾਇਨ, ਪਰ ਨਿੰਦਾ ਘਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਸੱਚ ਸੰਜਮ ਕਰਨੀ ਕਾਰ, ਨਾਵਨ ਨਾਉ ਜਪੇਹੀ। ਨਾਨਕ ਅੱਗੇ ਊਤਮ ਸੇਈ, ਜੇ ਪਾਪਾ ਪੰਧ ਨ ਦੇਹੀ। ਨਾਨਕ ਅੱਗੇ ਊਤਮ ਸੇਈ, ਜੇ ਪਾਪਾ ਪੰਧ ਨ ਦੇਹੀ। ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਪਰਮੇਸ਼ਰ, ਜਿਨ੍ਹਾਂ ਨੇ ਸੰਸਾਰ ਦਾ ਦੌਰਾ ਕਰਦਿਆਂ ਭਰਮਣ ਕਰਦਿਆਂ ਉਦਾਸੀਆਂ ਦੌਰਾਨ ਅਨੇਕਾਂ ਥਾਵਾਂ 'ਤੇ ਜਾਣਾ ਕੀਤਾ ਤੇ ਕੁਰਾਹੇ ਪਈ ਹੋਈ ਲੁਕਾਈ ਨੂੰ ਜਨਤਾ ਨੂੰ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨਾਲ ਜੋੜਨਾ ਕੀਤਾ। ਇਸੇ ਤਰ੍ਹਾਂ ਹੀ ਇੱਕ ਉਦਾਸੀ ਦੌਰਾਨ ਸਤਿਗੁਰੂ ਹਰਿਦੁਆਰ ਜਾਂਦੇ ਆ ਗੰਗਾ 'ਤੇ, ਜਿੱਥੇ ਸਤਿਗੁਰਾਂ ਨੇ ਇਹ ਸ਼ਬਦ ਨੂੰ ਉਚਾਰਨ ਕੀਤਾ, ਜੋ ਇਹ ਸ਼ਬਦ ਦੇ ਉਚਾਰਨ ਦਾ ਕਾਰਨ ਮਤਲਬ ਉਥਾਨਕਾ ਹੈ। ਜਿਹੜਾ ਸ਼ਬਦ ਲੜੀਵਾਰ ਅੱਜ ਆਪਾਂ ਸਰਵਣ ਕਰ ਰਹੇ ਹਾਂ, ਇਹ ਹਰਿਦੁਆਰ ਉਚਾਰਨ ਕੀਤਾ ਗਿਆ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਰਿਦੁਆਰ ਪਹੁੰਚੇ, ਗੰਗਾ ਗਏ, ਤਾਂ ਉੱਥੇ ਬ੍ਰਾਹਮਣ ਲੋਕਾਂ ਦੇ ਰਚੇ ਪਖੰਡ ਮੁਤਾਬਕ ਬਈ ਅੱਜ ਸੂਰਜ ਗ੍ਰਹਿਣ ਹੈ, ਸੂਰਜ ਨੂੰ ਪਾਣੀ ਦਿਓ। ਤੇ ਬਹੁਤ ਸਾਰੇ ਲੋਕ ਉੱਥੇ ਇਕੱਤਰ ਹੋਏ, ਗੰਗਾ ਦੇ ਕਿਨਾਰੇ 'ਤੇ ਖੜ੍ਹੇ, ਪਾਣੀ ਦੇ ਵਿੱਚ ਪੱਤਣ 'ਤੇ ਖੜ੍ਹੇ, ਗੰਗਾ ਦੇ ਵਿੱਚੋਂ ਹੀ ਬੁੱਕ ਭਰ ਭਰ ਕੇ ਉੱਪਰ ਨੂੰ ਕਰਕੇ ਸਿਰ ਤੋਂ ਉੱਚਾ ਡੋਲ ਰਹੇ ਹੈ। ਔਰ ਇਹ ਉਹਨਾਂ ਦਾ ਮਨ ਦਾ ਖਿਆਲ ਹੈ ਕਿ ਸਾਡਾ ਪਾਣੀ ਸੂਰਜ ਕੋਲ ਜਾ ਰਿਹਾ। ਜਿਸ ਵੇਲੇ ਇੱਦਾਂ ਸੰਸਾਰ ਨੂੰ ਸਤਿਗੁਰਾਂ ਨੇ ਦੇਖਿਆ ਤੇ ਸਤਿਗੁਰਾਂ ਦੇ ਸਮਝਾਉਣ ਦੇ ਢੰਗ ਵੀ ਅਨੋਖੇ ਸਨ।
ਗੁਰੂ ਨਾਨਕ ਦੇਵ ਜੀ ਵੀ ਪੱਤਨ ਵਿੱਚ ਖੜ ਗਏ ਗੰਗਾ ਦੇ ਕਿਨਾਰੇ 'ਤੇ, ਜਿੱਥੇ ਲੋਕਾਂ ਨੇ ਚੜ੍ਹਦੇ ਵੱਲ ਮੂੰਹ ਕਰਕੇ ਪਾਣੀ ਇੱਦਾਂ ਕਰਕੇ ਸ਼ੁਰੂ ਕੀਤਾ ਹੋਇਆ ਸੀ ਡੋਲਣਾ ਬੁੱਕ ਭਰ ਭਰ ਕੇ ਤਾਹਾਂ ਨੂੰ। ਇਹ ਬਾਬਾ ਜੀ ਕਿਨਾਰੇ 'ਤੇ ਖੜ ਕੇ ਛਿਪ ਦੇ ਵੱਲ ਨੂੰ ਪਾਣੀ ਸੁੱਟਣ ਲੱਗੇ ਫਟਾਫਟ ਬੁੱਕ ਭਰ ਭਰ ਕੇ, ਜਿਵੇਂ ਕੋਈ ਜ਼ਿਮੀਂਦਾਰ ਖੇਤਾਂ ਵਿੱਚ ਕੋਈ ਕਿਆਰੇ ਦੀ ਦੌੜੀ ਰਮਾਉਂਦਾ ਕਹੀ ਨਾਲ ਜਾਂ ਹੱਥ ਨਾਲ ਪੈਰ ਨਾਲ। ਸਾਰੀ ਦੁਨੀਆ ਦਾ ਮੂੰਹ ਚੜ੍ਹਦੇ ਕੰਨੀ ਹੈ, ਬੁੱਕ ਭਰ ਭਰ ਕੇ ਡੋਲੀ ਜਾਂਦੇ ਆ। ਗੁਰੂ ਨਾਨਕ ਦੇਵ ਜੀ ਛਿਪ ਦੇ ਵੱਲ ਨੂੰ ਕਰਕੇ ਮੂੰਹ ਫਟਾਫਟ ਪਾਣੀ ਸਿੱਟਣ ਲੱਗੇ। ਕਹਿੰਦੇ ਸਾਰੇ ਲੋਕ ਹੈਰਾਨ ਹੋ ਗਏ। ਉਹ ਕਹਿੰਦੇ ਬਾਬਾ ਤੂੰ ਕਿੱਧਰ ਪਾਣੀ ਦੇਈ ਜਾਂਦਾ ਹੈ? ਬਾਬਾ ਜੀ ਕਹਿੰਦੇ ਤੁਸੀਂ ਕਿੱਧਰ ਦਿੰਦੇ ਹੋ? ਕਹਿੰਦੀ ਅਸੀਂ ਸੂਰਜ ਨੂੰ ਪਾਣੀ ਦਿੰਦੇ ਹਾਂ। ਇਹਦਾ ਕੀ ਕਾਰਨ ਹੈ ਪੁੱਛਿਆ। ਤੋ ਜਿਵੇਂ ਬ੍ਰਾਹਮਣਾਂ ਨੇ ਕਰਮਕਾਂਡ ਬਣਾ ਕੇ ਲੋਕਾਂ ਨੂੰ ਸੁਣਾਏ ਸਨ, ਜਾਂ ਵਿੱਚ ਬ੍ਰਾਹਮਣ ਵੀ ਖੜੇ ਹਨ, ਉਹ ਕਹਿਣ ਲੱਗੇ ਸਾਡੇ ਪਿੱਤਰ ਸਾਡੇ ਮਰੇ ਹੋਏ ਬੁੜੇ ਧਰਮਰਾਜ ਕੋਲ ਹਨ, ਤੇ ਧਰਮਰਾਜ ਦਾ ਪਿਤਾ ਹੈ ਸੂਰਜ। ਅਸੀਂ ਧਰਮਰਾਜ ਦੇ ਪਿਤਾ ਨੂੰ ਪਾਣੀ ਦਿੰਦੇ ਹਾਂ, ਉਹ ਸਾਡੇ ਬੁੜਿਆਂ ਨੂੰ ਪਾਣੀ ਦੇ ਦੂਗਾ। ਤੇ ਪਾਤਸ਼ਾਹ ਕਹਿੰਦੇ ਚੰਗਾ ਦੇ ਚੱਲੋ ਦੇ ਚੱਲੋ। ਤੇ ਆਪ ਜੀ ਫੇਰ ਛਿਪ ਦੇ ਕੰਨੀ ਮੂੰਹ ਕਰਕੇ ਬੁੱਕ ਭਰ ਭਰ ਕੇ ਡੋਲਣ ਲੱਗੇ। ਉਹਨਾਂ ਨੂੰ ਹੈਰਾਨੀ ਹੋਈ ਵੀ ਇਹਨੇ ਦੱਸਿਆ ਹੀ ਨਹੀਂ। ਕਹਿੰਦੇ ਤੁਸੀਂ ਕਾਸ ਨੂੰ ਪਾਣੀ ਦਿੰਦੇ ਹੋ? ਇੱਧਰ ਕੀ ਹੈ ਤੁਹਾਡਾ? ਤੁਸੀਂ ਮੁਸਲਮਾਨ ਹੋ? ਮੁਸਲਮਾਨ ਛਿਪ ਦੇ ਕੰਨੀ ਮੱਥਾ ਟੇਕਦੇ ਆ। ਬਾਬਾ ਨਾਨਕ ਜੀ ਕਹਿੰਦੇ ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ, ਮੈਂ ਤੁਹਾਡੇ ਦੋਹਾਂ ਦਾ ਹੀ ਸਾਂਝਾ ਹਾਂ। ਫਿਰ ਪਾਣੀ ਕਿਹਨੂੰ ਦਿੰਦਾ ਤੂੰ? ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮੈਂ ਤਾਂ ਨਨਕਾਣਾ ਸਾਹਿਬ ਕਣਕ ਬੀਜ ਕੇ ਆਇਆ ਸੀ। ਮੇਰਾ ਪਿੰਡ ਹੈ ਛਿਪ ਦੇ ਕੰਨੀ, ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ। ਮੈਂ ਕਣਕ ਬੀਜ ਕੇ ਆਇਆ ਸੀ, ਮੈਂ ਸੋਚਿਆ ਮੈਂ ਵੀ ਪਾਣੀ ਲਾ ਦਿਆਂ। ਹੁਣ ਇੰਨੀ ਕੁ ਬੁੱਧੀ ਲੋਕਾਂ ਦੀ ਕੰਮ ਕਰਦੀ ਸੀ ਵੀ ਗੰਗਾ ਦੇ ਕਿਨਾਰੇ ਤੋਂ ਬੁੱਕਾਂ ਨਾਲ ਸਿੱਟਿਆ ਪਾਣੀ ਨਨਕਾਣਾ ਸਾਹਿਬ ਕਿੱਥੋਂ ਪਹੁੰਚ ਜਾਊਗਾ। ਪਰ ਜਿਹੜੇ ਬ੍ਰਾਹਮਣਾਂ ਨੇ ਲੋਕਾਂ ਦੇ ਦਿਮਾਗ ਵਿੱਚ ਕੁੱਟ-ਕੁੱਟ ਕੇ ਪਖੰਡ ਭਰੇ ਹੋਏ ਆ ਨਾ, ਇਹਨਾਂ ਦੀ ਸਮਝ ਲੋਕਾਂ ਨੂੰ ਨਹੀਂ ਲੱਗਦੀ। ਬਾਬਾ ਨਾਨਕ ਜੀ ਕਹਿਣ ਲੱਗੇ ਕਿਉਂ ਨਹੀਂ ਪਹੁੰਚ ਸਕਦਾ? ਕਹਿੰਦੇ ਤੁਹਾਡਾ ਪਾਣੀ ਇੰਨੀ ਦੂਰ ਕਿਵੇਂ ਜਾਊ ਬੁੱਕਾਂ ਨਾਲ? ਤੇ ਗੁਰੂ ਨਾਨਕ ਦੇਵ ਜੀ ਫਿਰ ਖੜ ਗਏ ਸਿੱਧੇ ਹੋ ਕੇ, ਕਹਿੰਦੇ ਹੁਣ ਐਂ ਦੱਸੋ ਵੀ ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਹੋ ਤੇ ਸੂਰਜ ਕਿੰਨੀ ਦੂਰ ਆ? ਕੋਈ ਪੜ੍ਹਿਆ ਲਿਖਿਆ ਬਾਹਮਣ ਸ਼ਹੀਦ ਨੇ ਕਹਿੰਦਾ ਜੀ ਹਜ਼ਾਰਾਂ ਕੋਹ 'ਤੇ ਆ। ਕਹਿੰਦੇ ਜੀ ਹਜ਼ਾਰਾਂ ਕੋਹ 'ਤੇ ਪਾਣੀ ਤੁਹਾਡਾ ਪਹੁੰਚ ਸਕਦਾ ਸੂਰਜ ਤੱਕ, ਤੇ ਮੇਰਾ ਸੈਂਕੜੇ ਕੋਹਾਂ 'ਤੇ ਨਹੀਂ ਜਾ ਸਕਦਾ? ਉਹ ਸਾਰੇ ਲੋਕਾਂ ਦਾ ਦਿਮਾਗ ਘੁੰਮਿਆ ਵੀ ਯਾਰ ਗੱਲ ਤਾਂ ਬਾਬੇ ਦੀ ਠੀਕ ਆ। ਨਾਲੇ ਦੂਸਰੀ ਗੱਲ ਇਹ ਕਿ ਸੂਰਜ ਕੋਲੇ ਪਾਣੀ ਜਾਂਦਾ ਹੀ ਨਹੀਂ। ਤੁਹਾਨੂੰ ਪਾਣੀ ਦੇ ਸੁਭਾਅ ਦਾ ਪਤਾ ਹੈ ਨਾ, ਇਹ ਨੀਵੇਂ ਵੱਲ ਜਾਂਦਾ ਤੇ ਸੂਰਜ ਉੱਚਾ ਹੈ। ਸੂਰਜ ਅੱਗ ਦਾ ਗੋਲਾ ਹੈ, ਅੱਗ ਦੇ ਕੋਲ ਤਾਂ ਪਾਣੀ ਖੜਦਾ ਹੀ ਨਹੀਂਗਾ, ਮੱਚ ਜਾਂਦਾ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਇੰਟੀਫਿਕ ਢੰਗ ਦੇ ਨਾਲ ਜਦ ਸਮਝਾਉਣਾ ਕੀਤਾ ਤੇ ਬਹੁਤ ਸਾਰੇ ਲੋਕ ਉਹ ਪਾਣੀ ਬੁੱਕ ਭਰ ਭਰ ਕੇ ਦੇਣਾ ਬੰਦ ਕਰਕੇ ਬਾਬੇ ਨਾਨਕ ਦੇ ਵੱਲ ਆ ਕੇ ਬੈਠ ਗਏ। ਗੱਲਾਂ ਬਾਤਾਂ ਚੱਲੀਆਂ ਇਸ ਵਿਸ਼ੇ 'ਤੇ। ਫਿਰ ਸਤਿਗੁਰਾਂ ਨੇ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ। ਇਤਨੇ ਕਹਿੰਦੇ ਬ੍ਰਾਹਮਣਾਂ ਦਾ ਲੰਗਰ ਤਿਆਰ ਹੋ ਗਿਆ, ਰਸੋਈ ਤਿਆਰ ਹੋ ਗਈ ਉਹਨਾਂ ਨੇ। ਤੇ ਕੁਝ ਬ੍ਰਾਹਮਣ ਆਏ, ਕਹਿੰਦੇ ਮਹਾਂਪੁਰਸ਼ੋ ਚਲੋ ਰਸੋਈ 'ਚ ਪ੍ਰਸ਼ਾਦਾ ਛਕ ਲਓ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਰਸੋਈ 'ਚ ਗਏ
ਤੇ ਉਹਨਾਂ ਨੇ ਭੋਜਨ ਢਕਿਆ ਹੋਇਆ, 4 ਛਪੇਰੇ ਪਾਣੀ ਦੀ ਲਖੀਰ ਮਾਰੀ ਹੋਈ ਆ। ਤੇ ਬਾਬਾ ਨਾਨਕ ਜੀ ਸਾਰਾ ਕੁਝ ਦੇਖ ਕਰਕੇ ਕਹਿੰਦੇ ਵੀ ਇਹ ਭੋਜਨ ਸਾਡੇ ਛਕਣ ਦੇ ਲਾਇਕ ਨਹੀਂ ਹੈਗਾ, ਇਹ ਭੋਜਨ ਸਾਡੇ ਛਕਣ ਦੇ ਕੰਮ ਦਾ ਨਹੀਂਗਾ। ਉਹ ਕਹਿੰਦੇ ਕਿਉਂ? ਕਿਉਂਕਿ ਇਹ ਤਾਂ ਭਿੱਟਿਆ ਗਿਆ। ਹੁਣ ਬ੍ਰਾਹਮਣਾਂ ਨੇ ਆਪਦੇ ਜਣੇ ਬੜਾ ਸੁੱਚਤਾ ਦੇ ਨਾਲ ਭੋਜਨ ਤਿਆਰ ਕੀਤਾ ਔਰ ਫਿਰ ਉਸ ਦੇ ਉੱਤੇ ਪਾਣੀ ਦੀ ਲਖੀਰ ਮਾਰਤੀ। ਫਿਰ ਕੋਈ ਕੁੱਤਾ ਬਿੱਲੀ ਅੰਦਰ ਨਾ ਆਵੇ ਇਹਦਾ ਵੀ ਖਿਆਲ ਰੱਖਿਆ। ਪਰ ਬਾਬਾ ਨਾਨਕ ਜੀ ਕਹਿੰਦੇ ਤੁਹਾਡਾ ਲੰਗਰ ਭਿੱਟਿਆ ਗਿਆ। ਕਹਿੰਦੇ ਜੀ ਕਿਵੇਂ ਭਿੱਟਿਆ ਗਿਆ? ਅਸੀਂ ਪੂਰੀ ਨਿਗਾਹ ਰੱਖੀ ਆ, ਨਾ ਕੋਈ ਕੁੱਤਾ ਬਿੱਲੀ ਅੰਦਰ ਆਉਣ ਦਿੱਤਾ, ਬੜੀ ਸੁੱਚਤਾ ਨਾਲ ਬਣਾਇਆ, ਜੂਠੇ ਹੱਥ ਨਹੀਂ ਲਾਏ, ਗੰਗਾ ਦਾ ਜਲ ਲੈ ਕੇ ਤਿਆਰ ਕੀਤਾ। ਇਹ ਬਾਬਾ ਜੀ ਕਹਿੰਦੇ ਨਹੀਂ, ਕਹਿੰਦੇ ਇੱਥੇ ਕੋਈ ਹੋਰ ਨੀਵੀਂ ਜਾਤ ਦਾ ਕੋਈ ਕਸਾਈ, ਕੋਈ ਮਰਾਸੀ, ਕੋਈ ਚੂੜਾ ਚੰਡਾਲ, ਉਹ ਵੀ ਅਸੀਂ ਨੇੜੇ ਨਹੀਂ ਆਉਣ ਦਿੰਦੇਗੇ। ਇਹ ਭਿੱਟਿਆ ਕਿਵੇਂ ਗਿਆ? ਫਿਰ ਬਾਬਾ ਜੀ ਨੇ ਸ਼ਬਦ ਉੱਥੇ ਉਚਾਰਿਆ ਸੀਗਾ ਕਿ ਮਨੁੱਖ ਦੀ ਜਿੰਨਾ ਚਿਰ ਸੋਚ ਨਹੀਂ ਬਦਲਦੀ ਓਨਾ ਚਿਰ ਮਨੁੱਖ ਸੁੱਚਾ ਨਹੀਂ ਹੋ ਸਕਦਾ ਗਾ। ਆਹ 84 ਦਾ ਦੌਰ ਜਿਹੜਾ ਇਹ ਭਾਰਤ ਵਿੱਚ ਖਾਸ ਕਰਕੇ ਸਿੱਖਾਂ ਦੇ ਵਰਤਿਆ, ਇਹ ਉਹਨਾਂ ਹਿੰਦੂਆਂ ਦੀ, ਭਾਰਤੀ ਲੋਕਾਂ ਦੀ ਮਾੜੀ ਸੋਚ ਦਾ ਕਾਰਨ ਹੀ ਹੈ। ਉਹਨਾਂ ਦੀ ਸੋਚ ਮਾੜੀ ਹੈ। ਜਿਸ ਤਰ੍ਹਾਂ ਪਾਤਸ਼ਾਹ ਜੀ ਇਹਨਾਂ ਬ੍ਰਾਹਮਣਾਂ ਨੂੰ ਕਹਿ ਰਹੇ ਹੈ ਕਿ ਤੁਸੀਂ ਕਹਿੰਦੇ ਹੋ ਅਸੀਂ ਸੁੱਚਤਾ ਨਾਲ ਭੋਜਨ ਤਿਆਰ ਕੀਤਾ ਹੈ, ਤੁਹਾਡੇ ਨਾਲ ਕੁਬੁੱਧ, ਡੋਮਣੀ, ਮਾੜੀ ਬੁੱਧੀ, ਮਾੜੀ ਸੋਚ, ਇਹ ਮਰਾਸਣ ਤੁਹਾਡੇ ਵਿੱਚ ਆ। ਕੁਦਇਆ ਕਸਾਇਣ, ਦਇਆ ਨਾ ਕਰਨੀ, ਇਹ ਕਸਾਈ, ਇਹ ਕਸਾਇਣ ਤੁਹਾਡੇ ਵਿੱਚ ਹੈ। ਕੁਦਇਆ ਜਿਸ ਤਰ੍ਹਾਂ 84 ਦੇ ਵਿੱਚ ਹੋਇਆ ਗੁਰੂ ਪਿਆਰਿਓ, ਜਿਸ ਦਿਨ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ, ਭਾਰਤੀ ਫੌਜ ਨੇ ਜਿਸ ਤਰ੍ਹਾਂ ਭਾਰਤ ਦੇ ਵਿੱਚ ਹੀ ਹਮਲਾ ਕੀਤਾ, ਆਪਣੇ ਦੇਸ਼ ਵਿੱਚ ਇੱਦਾਂ ਹਮਲਾ ਕੀਤਾ ਜਿਵੇਂ ਦੂਜੇ ਦੇਸ਼ 'ਤੇ ਕਿਸੇ ਚੀਨ ਪਾਕਿਸਤਾਨ 'ਤੇ ਹਮਲਾ ਕਰਨਾ ਹੋਵੇ। ਔਰ ਹਮਲੇ ਦੇ ਦੌਰਾਨ ਕੇਵਲ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ 'ਤੇ ਹਮਲਾ ਨਹੀਂ ਕੀਤਾ, ਹੋਰ ਵੀ 40-50 ਗੁਰਦੁਆਰਿਆਂ 'ਤੇ ਹਮਲਾ ਕੀਤਾ। ਔਰ ਉਸ ਹਮਲੇ ਦੇ ਦੌਰਾਨ ਕਿੰਨੇ ਅਣਹੱਕੇ ਲੋਕ ਮਾਰੇ ਗਏ। ਅੱਜ ਦਾ ਦਿਨ 6 ਜੂਨ, ਜਿੱਥੇ ਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਵੀ ਪਹੁੰਚੀ ਹੋਈ ਸੀ। ਔਰ ਅਸਲ ਦੇ ਵਿੱਚ ਜਦੋਂ ਮਹਾਂਪੁਰਸ਼ਾਂ ਦੀ, ਸੰਤ ਜਰਨੈਲ ਸਿੰਘ ਦੀ ਬਹੁਤ ਹੀ ਚੜ੍ਹਤ ਹੋ ਗਈ, ਲਗਭਗ 99% ਪੰਜਾਬੀ ਜਿਹੜੇ ਉਹਨਾਂ ਦੇ ਨਾਲ ਹੋ ਗਏ, ਸਿੱਖਾਂ ਦੇ ਬੱਚੇ, ਸਿੱਖ, ਪੰਜਾਬੀ ਸਾਰੇ, ਇੱਥੋਂ ਤੱਕ ਕਿ ਬਹੁਤ ਸਾਰੇ ਹਿੰਦੂ ਵੀ ਉਹਨਾਂ ਦੇ ਮਾਰਗ ਦਰਸ਼ਨ ਨੂੰ ਸਮਝਦੇ ਸੀ। ਉਹਨਾਂ ਦੀ ਕਿਤਾਬ ਹੈ ਜਿਸ ਦੇ ਵਿੱਚੋਂ ਮੈਂ ਕਹਾਣੀ ਪੜ੍ਹੀ ਬਈ ਇੱਕ ਹਿੰਦੂ ਪਰਿਵਾਰ ਦਾ ਬੱਚਾ ਜਿਹੜਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ, ਠੀਕ ਨਹੀਂ ਸੀ ਹੋ ਰਿਹਾ, ਬਹੁਤ ਸਾਰੀਆਂ ਦਵਾਈਆਂ ਲਈਆਂ, ਓੜ ਪੋੜ ਕੀਤੇ। ਉਹਨਾਂ ਦਾ ਕੋਈ ਰਿਸ਼ਤੇਦਾਰ ਹਿੰਦੂ ਜੋ ਅੰਮ੍ਰਿਤਸਰ ਦੇ ਇਲਾਕੇ ਦਾ ਸੀ, ਉਹ ਉਹਨਾਂ ਨੂੰ ਕਹਿਣ ਲੱਗਿਆ ਵੀ ਨਾ ਅੰਮ੍ਰਿਤਸਰ ਇੱਕ ਮਹਾਂਪੁਰਸ਼ ਰਹਿੰਦੇ ਆ ਸੰਤ ਜਰਨੈਲ ਸਿੰਘ, ਤੁਸੀਂ ਉਹਨਾਂ ਕੋਲੇ ਲੈ ਕੇ ਚੱਲੋ। ਤੇ ਜਿਨ੍ਹਾਂ ਦਾ ਉਹ ਬੱਚਾ ਸੀ, ਜਿਹਦਾ ਪੋਤਰਾ ਸੀਗਾ, ਉਹ ਬੁੜਾ ਇਹਨਾਂ ਨੂੰ ਅੱਤਵਾਦੀ ਸਮਝਦਾ ਸੀ, ਉਹ ਸਤਨਾਮ, ਉਹ ਕਹਿੰਦਾ ਮੈਂ ਨਹੀਂ ਮੰਨਦਾ।
पर फिर भी रिश्तेदारां दे कहे कहाए दूजा परिवार ले आया। संतां कोले बेनती कीती, कहंदे संतां ने उसनूं बुक्कल विच लैके बच्चे नूं उहदे सिर ते हੱਥ रख के गुरबाणी दा जाप कीता ते थोड़े समय बाद बच्चे ने होश विच आउणा कीता, नेत्र खोले और महापुरुष कहन लगे संत जरनैल सिंह जी कहने जाओ लै जाओ ये ठीक है, हुण उत्थों जल छकाओ हरमंदर साहब सरोवर चों, ये ठीक है, हुण कुछ नहीं होवेगा इसनूं। ਉਹ ਪਰਿਵਾਰ ਨੇ ਆਪ ਦੁਨੀਆ ਨੂੰ ਦੱਸਿਆ ਵੀ ਜੋ ਤੁਸੀਂ ਕਹਿ ਰਹੇ ਹੋ ਸੰਤਾਂ ਨੂੰ, ਸੰਤ ਉਹ ਨਹੀਂ ਹੈਗੇ। ਅਸਲ ਦੇ ਵਿੱਚ ਨਾ ਜਿਹੜੀ ਸਿਆਸਤ ਹੈ, ਰਾਜਨੀਤੀ ਹੈ, ਇਹ ਨਹੀਂ ਚਾਹੁੰਦੀ ਕੋਈ ਤੀਸਰਾ ਪੰਥ, ਤੀਸਰਾ ਜਿਸ ਤਰ੍ਹਾਂ ਅਕਾਲੀ ਹੈ, ਭਾਜਪਾ ਹੈ, ਕਾਂਗਰਸ ਹੈ, ਇਹ ਹੁਣ 3 ਹੋ ਗਏ, ਉਦੋਂ 2 ਸੀ, ਅਕਾਲੀ ਤੇ ਕਾਂਗਰਸ। ਸ਼ਾਇਦ ਇਹਨਾਂ ਦਾ ਖਿਆਲ ਇਹ ਹੋਵੇ ਕਿ ਸੰਤ ਕਿਤੇ ਇੱਥੇ ਤੀਸਰਾ ਪੰਥ ਨਾ ਬਣਾ ਕੇ ਬਹਿ ਜਾਣ, ਤੀਸਰਾ ਪੱਖ ਰਾਜਨੀਤੀ ਦਾ ਬਣਾ ਕੇ ਨਾ ਬਹਿ ਜਾਣ, ਲੋਕ ਬਹੁਤ ਇਹਨਾਂ ਦੇ ਨਾਲ ਹੈ, ਤਾਂ ਤੇ ਸਾਰਿਆਂ ਨੇ ਰਲ ਕੇ, ਖਾਸ ਕਰਕੇ ਕਾਂਗਰਸ ਉਸ ਵੇਲੇ ਚੜ੍ਹਦੇ ਸੂਰਜ ਦੀ ਨਿਆਈ ਇਹਦਾ ਰਾਜ ਸੀ ਸਾਰੀ ਦੁਨੀਆ ਤੇ, 70 ਸਾਲਾਂ ਤੋਂ ਇਹ ਰਾਜ ਕਰ ਰਹੇ ਸੀ। ਤੇ ਇਹਨਾਂ ਦਾ ਖਿਆਲ ਸੀ ਕਿ ਕਿਤੇ ਸਾਡੇ ਹੱਥੋਂ ਰਾਜ ਹੀ ਨਾ ਖੋਇਆ ਜਾਵੇ ਦੇਸ਼ ਦਾ। ਸੰਤ ਜਰਨੈਲ ਸਿੰਘ ਜੀ ਦੀ ਇੰਨੀ ਜਿਹੜੀ ਹੈ ਦੁਨੀਆ ਦੇ ਵਿੱਚ ਇੱਜ਼ਤ ਹੋ ਰਹੀ ਹੈ, ਸਾਰਾ ਪੰਜਾਬ ਕੀ ਸਾਰੇ ਦੇਸ਼ ਦੇ ਲੋਕ ਉਹਨਾਂ ਨੂੰ ਸਤਿਕਾਰ ਦਿੰਦੇ ਹੈ। ਇਸ ਕਰਕੇ ਉਹਨਾਂ ਨੇ ਅੰਦਰੋਂ ਅੰਦਰੀ ਕਿਸੇ ਦੂਰ ਜੰਗਲ ਦੇ ਵਿੱਚ ਜਾ ਕੇ ਹਰਮੰਦਰ ਸਾਹਿਬ ਦਾ ਅਕਾਲ ਤਖ਼ਤ ਦਾ ਨਕਸ਼ਾ ਬਣਾ ਕੇ ਉਹਨਾਂ ਫੌਜਾਂ ਨੂੰ ਟ੍ਰੇਨਿੰਗ ਦਿੱਤੀ ਜਿਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਸੀ ਗੁਰੂ ਘਰ ਦੇ ਨਾਲ ਜਾਂ ਸਿੱਖ ਧਰਮ ਦੇ ਨਾਲ। ਹੁਣ ਅੱਜ ਦਾ ਸ਼ਬਦ ਵੀ ਲਗਭਗ ਇਸੇ ਵਿਸ਼ੇ ਤੇ ਹੈ ਕਿ ਬੰਦੇ ਦੇ ਅੰਦਰ ਜਦੋਂ ਸੋਚ ਮਾੜੀ ਹੋ ਜਾਂਦੀ ਹੈ ਨਾ, ਉਦੋਂ ਉਹਦੇ ਕਰਮ ਮਾੜੇ ਹੋ ਜਾਂਦੇ ਆ, ਤੇ ਜਦ ਕਰਮ ਮਾੜੇ ਹੋ ਜਾਂਦੇ ਆ ਫਿਰ ਉਹਦਾ ਸਾਰਾ ਕੁਝ ਹੀ ਮਾੜਾ ਹੋ ਜਾਂਦਾ ਹੈ। ਬਸ ਮਾੜੀ ਸੋਚ ਦਾ ਕਾਰਨ ਹੀ ਕਿ ਸਿੱਖ ਪੰਥ ਜਿਹੜਾ ਹੈ ਦੁਨੀਆ ਨੂੰ ਸੱਚ ਤੇ ਲੈ ਕੇ ਜਾ ਰਹੇ ਆ, ਸੱਚ ਨਾਲ ਜੋੜਦਾ ਹੈ, ਕਰਮ ਕਾਂਡਾਂ ਦੀਆਂ ਪਖੰਡਾਂ ਦੀਆਂ ਧੱਜੀਆਂ ਉਡਾਉਂਦਾ ਹੈ, ਖਤਮ ਕਰਦਾ ਇਸ ਨੂੰ। ਤੇ ਜਿਹੜੇ ਝੂਠੇ ਲੋਕ ਹੈ ਉਹ ਨਹੀਂ ਚਾਹੁੰਦੇ ਕਿ ਸੱਚ ਨੂੰ ਬਾਹਰ ਨਿਕਲਣ ਦਿੱਤਾ ਜਾਵੇ, ਸਮੇਂ ਸਮੇਂ ਤੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਜਹਾਂਗੀਰ ਦੇ ਸਮੇਂ 5ਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਕੇ ਇਸ ਗੁਰਸਿੱਖੀ ਮਾਰਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਫਿਰ 9ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ, ਮੁਗਲਾਂ ਦਾ ਰਾਜ ਸੀ, ਮੁਗਲਾਂ ਨੇ ਕੋਸ਼ਿਸ਼ ਕੀਤੀ ਵੀ ਸਾਰੇ ਸਾਡਾ ਹੀ ਰਾਜ ਹੋਵੇ, ਬਾਕੀ ਸਭ ਖਤਮ ਹੋ ਜਾਣ। ਮੁਗਲਾਂ ਤੋਂ ਬਾਅਦ ਅੰਗਰੇਜ਼ ਆਏ ਤੇ ਅੰਗਰੇਜ਼ ਵੀ ਚਾਹੁੰਦੇ ਸੀ ਕਿ ਸਾਰੇ ਦੇਸ਼ ਤੇ ਅਸੀਂ ਕਾਬਜ ਹੋ ਜਾਈਏ, ਹੋਰ ਕੋਈ ਨਾ ਹੋਵੇ। ਅਖੀਰ ਉਹਨਾਂ ਨੂੰ ਵੀ ਜਾਣਾ ਪਿਆ 100 ਸਾਲ ਬਾਅਦ। ਜਾਂਦੇ ਜਾਂਦੇ ਸਾਡੇ ਦੇਸ਼ ਦੀ ਉਹ ਵੰਡ ਕਰ ਗਏ, ਜਿਹਦੇ ਵਿੱਚੋਂ ਇੱਕ ਪਾਕਿਸਤਾਨ ਬਣ ਗਿਆ, ਇੱਕ ਹਿੰਦੁਸਤਾਨ ਬਣ ਗਿਆ। ਉਸ ਵੇਲੇ ਅੰਗਰੇਜ਼ਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਅਸੀਂ ਸਿੱਖਾਂ ਨੂੰ ਅਲੱਗ ਖਿੱਤਾ ਦੇ ਦਿੰਦੇ ਹਾਂ, ਹੁਣ ਆਪਦਾ ਹੀ ਵੰਡ ਕੇ ਅੱਡ ਕਰ ਲਓ। ਪਰ ਉਸ ਵੇਲੇ ਕਾਂਗਰਸ ਦੇ ਮੁਖੀ ਜਵਾਹਰ ਲਾਲ ਨਹਿਰੂ ਵਰਗਿਆਂ ਨੇ ਫਿਰ ਭੁਲੋ ਲਿਆ ਵੀ ਅਸੀਂ ਤਾਂ ਭਰਾ ਭਰਾ ਜੀ, ਬਸ ਮੁਸਲਮਾਨਾਂ ਨੂੰ ਅੱਡ ਕਰ ਦਿਓ, ਸਾਡਾ ਕੀ, ਅਸੀਂ ਤਾਂ ਇਕੱਠੇ ਰਹਾਂਗੇ, ਸਲਾਹ ਬਣੀ ਤਾਂ ਵੰਡ ਲਵਾਂਗੇ। ਨਹੀਂ ਤਾਂ ਉਦੋਂ ਹੀ ਇੱਕ ਪਾਸਾ ਹੋ ਜਾਂਦਾ, ਮੁੜ ਕੇ ਇਹਨਾਂ ਲੋਕਾਂ ਨੂੰ ਹਮਲੇ ਕਰਨ ਦੀ ਲੋੜ ਹੀ ਨਾ ਪੈਂਦੀ, ਆਪੋ ਆਪਣਾ ਦੇਸ਼ ਹੁੰਦਾ। ਪਰ ਉਸ ਵੇਲੇ ਵੀ ਇਹਨਾਂ ਲੋਕਾਂ ਨੇ ਬ੍ਰਾਹਮਣ ਨਾਵੈ ਜੀਆਂ ਘਾਏ, ਜਿਹੜਾ ਬ੍ਰਾਹਮਣ ਹੈ ਮੂੰਹ ਦਾ ਮਿੱਠਾ ਹੈ, ਦਿਲ ਦੇ ਵਿੱਚ ਕੁਝ ਹੋਰ ਰੱਖਦਾ ਹੈ, ਕਹੋ ਸਤਨਾਮ ਸ੍ਰੀ। ਇਹਨਾਂ ਨੇ ਰਾਜ ਭਾਗ ਲੈ ਲਿਆ ਭਾਰਤ ਦਾ, ਤੇ ਭਾਰਤ 'ਤੇ ਰਾਜ ਕਰਨ ਲੱਗੇ। 70 ਸਾਲ ਲਗਾਤਾਰ ਰਾਜ ਕੀਤਾ।
ਹੁਣ ਇਹ ਕਦੋਂ ਚਾਹੁੰਦੇ ਹੈ ਕਿ ਇਸ ਭਾਰਤ ਵਿੱਚੋਂ ਕੁਝ ਹਿੱਸਾ ਅਲੱਗ ਹੋ ਜਾਵੇ, ਵੱਖ ਹੋ ਜਾਵੇ। ਵੈਸੇ ਅਸੀਂ ਵੱਖ ਹੋਣਾ ਵੀ ਨਹੀਂ ਚਾਹੁੰਦੇ, ਅਸੀਂ ਤਾਂ ਸ੍ਰਿਸ਼ਟੀ ਦੇ ਮਾਲਕ ਹਾਂ। ਸਾਰੀ ਦੁਨੀਆ ਹੀ ਜਿਹੜੀ ਹੈ ਬੇਗਮਪੁਰਾ ਬਣ ਜਾਵੇ। ਰਵਿਦਾਸ ਜੀ ਕਹਿੰਦੇ ਆ, ਬੇਗਮਪੁਰਾ ਸ਼ਹਿਰ ਕੋ ਨਾਓ। ਖਾਲਿਸਤਾਨ ਕੋਈ ਡਰਾਉਣਾ ਸ਼ਬਦ ਨਹੀਂ ਹੈ, ਬਸ ਝੂਠ ਜਿਹੜਾ ਉਹ ਸੱਚ ਤੋਂ ਡਰਦਾ ਹੈ। ਕੋ ਸਤਨਾਮ ਸਿੰਘ। ਜਿਸ ਤਰ੍ਹਾਂ ਹਰ ਸਮੇਂ ਜਦੋਂ ਵਿਪਤਾ ਪੈਂਦੀ ਹੈ ਦੇਸ਼ 'ਤੇ, ਸਾਰੇ ਭਾਰਤ ਦੀ ਗੱਲ ਕਰਾਂ ਮੈਂ, ਜਿੱਥੇ ਜਿੱਥੇ ਵਿਪਤਾ ਆਉਂਦੀ ਆ ਉੱਥੇ ਉੱਥੇ ਜਾ ਕੇ ਸਿੱਖਾਂ ਨੇ ਮੋਰਚਾ ਸੰਭਾਲਿਆ, ਗੁਰੂ ਘਰਾਂ ਨੇ ਮੋਰਚਾ ਸੰਭਾਲਿਆ। ਉੱਥੇ ਉੱਥੇ ਜਾ ਕੇ ਮੋਰਚਾ ਸੰਭਾਲਣਾ ਵਾ, ਲੜਾਈ ਕਰਨਾ ਨਹੀਂ। ਆਹ ਕਰੋਨਾ ਦਾ ਸਮਾਂ ਆਇਆ ਅਤੇ ਲੰਗਰ ਚਲਾਏ, ਆਕਸੀਜਨ ਚਲਾਈ। ਉਸ ਤੋਂ ਪਹਿਲਾਂ ਵੀ ਜਿੱਥੇ ਜਿੱਥੇ ਕੁਦਰਤੀ ਆਫਤਾਂ ਆਈਆਂ, ਖਾਲਸਾ ਏਡ ਵਾਲਿਆਂ ਨੇ ਲੰਗਰ ਛਕਾਏ ਜਾ ਕੇ। ਇਹ ਦੂਸਰੀ ਗੱਲ ਹੈ ਕਿ ਕੁਝ ਲੋਕ, ਗੁਰੂ ਪਿਆਰਿਓ, ਗੁਰੂਆਂ ਦੀਆਂ ਕੀਤੀਆਂ ਨੂੰ ਵੀ ਭੁੱਲ ਗਏ, ਗੁਰੂਆਂ ਨੇ ਕੀਤੇ ਪਰਉਪਕਾਰਾਂ ਨੂੰ ਵੀ ਭੁੱਲ ਗਏ। ਕਿਸੇ ਵੇਲੇ ਇਸੇ ਹੀ ਭਾਰਤ ਵਰਸ਼ ਦੇ ਲੋਕ, ਕਸ਼ਮੀਰ ਦੇ ਵਿੱਚੋਂ ਬ੍ਰਾਹਮਣ ਲੋਕ, ਪੰਡਿਤ ਲੋਕ, ਹਿੰਦੂ ਲੋਕ ਆਏ ਸੀ 9ਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਕਿ ਸਾਡਾ ਧਰਮ ਬਚਾਓ। ਜਿਹੜੇ ਮੁਗਲ ਲੋਕ ਹੈ, ਮੁਸਲਮਾਨ ਲੋਕ ਹਨ, ਪਠਾਨ ਤੁਰਕ ਲੋਕ ਹਨ, ਉਹ ਸਾਨੂੰ ਖਤਮ ਕਰਨਾ ਚਾਹੁੰਦੇ ਆ। ਔਰੰਗਜ਼ੇਬ ਰੋਜ਼ਾਨਾ ਮਣ ਪੱਕਾ ਜਨੇਊ ਇਕੱਠਾ ਕਰਕੇ ਫਿਰ ਰੋਟੀ ਖਾਂਦਾ ਸੀ। ਆਥਣ ਨੂੰ ਪਤਾ ਲੱਗ ਜਾਂਦਾ ਬਈ ਕਿੰਨੇ ਲੋਕ ਮਾਰ ਦਿੱਤੇ ਗਏ। ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਜਾ ਕੇ ਔਰੰਗਜ਼ੇਬ ਨੂੰ ਰੋਕਿਆ। ਭਾਵੇਂ ਕਿ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਕਰ ਦਿੱਤੀ, ਪਰ ਗੁਰੂ ਪਿਆਰਿਓ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਧਰਤੀ ਜਿਹੜੀ ਹੈ ਇਹ ਕੁਰਲਾਉਂਦੀ ਹੈ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਮੈਥੋਂ ਹੁਣ ਖੜਿਆ ਨਹੀਂ ਜਾਂਦਾ। ਦੁਨੀਆ ਇੱਕ ਪੈਰ 'ਤੇ ਹੋ ਗਈ ਆ। ਦੁਨੀਆ ਜਿਹੜੀ ਹੈ ਇੱਕ ਪੈਰ 'ਤੇ ਹੋ ਗਈ ਆ, ਪਾਪਾਂ 'ਤੇ ਹੋ ਗਈ ਆ, ਮਾਇਆ 'ਤੇ ਹੋ ਗਈ ਆ। ਮੈਥੋਂ ਹੁਣ ਖੜਿਆ ਨਹੀਂ ਜਾਂਦਾ, ਮੈਨੂੰ ਬਚਾਓ। ਤੇ ਪਰਮੇਸ਼ਰ ਪੁੱਛਦੇ ਆ, ਤੈਨੂੰ ਕਾਹਦਾ ਭਾਰ ਹੈ? ਭਾਰੇ ਭੂਈ ਪਰਬਤਾਂ ਅਸਮਾਨ ਖਹੰਦੇ ਕੀ ਤੇਰੇ ਤੇ। ਪਹਾੜਾਂ ਦਾ ਭਾਰ ਹੈ ਜਿਹੜੇ ਆਕਾਸ਼ ਨਾਲ ਖਹਿੰਦੇ ਹਨ। ਕਹਿੰਦੀ ਨਹੀਂ। ਹੋਰ ਭਾਰੇ ਭੂਈ ਨਦ ਨਾਲਿਆਂ ਦਿਨ ਰਾਤ ਬਹੰਦੇ। ਤੇਰੇ ਤੇ ਦਰਿਆਵਾਂ ਦਾ ਭਾਰ ਹੈ, ਸਾਗਰਾਂ ਦਾ ਭਾਰ ਹੈ। ਕਹਿੰਦੀ ਨਹੀਂ। ਫਿਰ ਕੌਣ ਭਾਰੀ ਹੈ? ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ। ਉਹਨਾਂ ਅਕਿਰਤ ਘਣਾਂ ਦਾ ਮੈਥੋਂ ਭਾਰ ਨਹੀਂ ਝੱਲਿਆ ਜਾਂਦਾ, ਜਿਹੜੇ ਵੱਡਿਆਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੇ ਨੇ ਔਰ ਪਾਪਾਂ 'ਤੇ ਫਿਰ ਉਤਰੇ ਆਉਂਦੇ ਆ। ਜਦੋਂ ਜਦੋਂ ਇਸ ਦੇਸ਼ 'ਤੇ ਵਿਪਤਾ ਆਈ, ਜਿਨ੍ਹਾਂ ਨੂੰ ਇਹ ਸੰਸਾਰ ਦੇ ਲੋਕ 2% ਕਹਿੰਦੇ ਆ ਸਿੱਖਾਂ ਨੂੰ, ਇਹਨਾਂ 2% ਵਾਲਿਆਂ ਦੇ ਵਿੱਚੋਂ ਹੀ 99-98% ਲੋਕਾਂ ਨੇ ਸ਼ਹੀਦੀਆਂ ਦੇ ਕੇ ਦੇਸ਼ ਦੀ ਰਕਸ਼ਾ ਕੀਤੀ ਹੈ। ਤੇ 1984 ਵੇਲੇ ਇਤਨਾ ਕਤਲੇਆਮ ਹੋਇਆ, ਕਥਾ ਸ਼ਬਦ ਚੱਲਿਆ ਸੀਗਾ ਕਿ ਜਿਸ ਵੇਲੇ ਹਰਿਦੁਆਰ ਗਏ, ਧੰਨ ਗੁਰੂ ਨਾਨਕ ਦੇਵ ਜੀ ਨੂੰ ਬ੍ਰਾਹਮਣਾਂ ਨੇ ਬੇਨਤੀ ਕੀਤੀ, ਮਹਾਰਾਜ ਲੰਗਰ ਛਕੋ, ਲੰਗਰ ਤਿਆਰ ਹੈ। ਤੇ ਬਾਬਾ ਜੀ ਕਹਿੰਦੇ ਤੁਹਾਡਾ ਲੰਗਰ ਖਾਣ ਦੇ ਕੰਮ ਦਾ ਨਹੀਂ। ਕਹਿੰਦੇ ਨਹੀਂ ਜੀ, ਬੜੀ ਸੁੱਚਤਾ ਨਾਲ ਬਣਾਇਆ। ਬਾਬਾ ਜੀ ਕਹਿੰਦੇ ਭਿੱਟਿਆ ਗਿਆ। ਕਿਵੇਂ? ਸ਼ਲੋਕ ਮਹੱਲਾ ਪਹਿਲਾ। ਕੁਬੁੱਧ ਡੂਮਣੀ। ਤੁਹਾਡੀ ਮਾੜੀ ਬੁੱਧੀ, ਇਹ ਮਰਾਸਣ ਹੈ, ਡੂਮਣੀ ਹੈ। ਭਾਵ ਹਰਿਦੁਆਰ ਦੇ ਵਿੱਚ ਲੋਕਾਂ ਦਾ ਮਾਰਗਦਰਸ਼ਨ ਕਰਨ ਦੇ ਬਜਾਏ ਇਹੀ ਖਿਆਲ ਹੈ ਤੁਹਾਡਾ ਕਿ ਲੋਕਾਂ ਨੂੰ ਲੁੱਟਿਆ ਕਿਵੇਂ ਜਾਵੇ। ਤੁਸੀਂ ਚੰਗੀ ਬੁੱਧੀ ਨਹੀਂ ਵਰਤਦੇ, ਮਾੜੀ ਵਰਤਦੇ ਹੋ। ਇਹ ਮਰਾਸਣ ਵਰਗੀ ਹੈ। ਕੁਦਇਆ ਕਸਾਇਣ। ਕਸਾਈ ਦਾ ਕੰਮ ਹੈ ਬੇਕਿਰਕ ਹੋ ਕੇ ਬੱਕਰੇ ਨੂੰ ਵੱਢਣਾ, ਤੇ ਤੁਸੀਂ ਇੱਥੇ ਆਏ ਜਜਮਾਨਾਂ ਨੂੰ ਬੇਕਿਰਕ ਹੋ ਕੇ ਲੁੱਟਦੇ ਹੋ। ਤੁਹਾਡੇ ਅੰਦਰ ਦਇਆ ਨਹੀਂ ਹੈਗੀ, ਤੁਹਾਡੇ ਅੰਦਰ ਕਸਾਈ ਵਸਿਆ ਹੋਇਆ ਲੋਕਾਂ ਲੁੱਟਣ ਵਾਸਤੇ।
पर निंदा घट चूड़ी, तुहाडे लंगर में चूड़ी भी आ गई आ। कहंदे ओ किहड़ी आ? चूड़ी तो असीं अंदर बन नहीं दित्ती। कहंदे ओ नहीं जिहड़ी सफाई करन वाली। निंदिया करना किसी दी, जिहड़ा बंदा निंदिया करदा है, जिवें सफाई करन वाले साडा कूड़ा सिर ते चक के ले जांदे ने, निंदिया करन वाला किसी दा कूड़ा अपने सिर ते चकदा है। कहो सतनाम श्री। पर निंदा घट चूड़ी, ये तुहाडे हिरदे विच चूड़ा वसिया होया निंदिया करन वाला। मुट्ठी क्रोध चंडाल, तुहाडे अंदर ठग भी वसे हुए है। क्रोध करके तुसी चंडाल हो, तुसी क्रोध करदे हो। जिस तरह गुरु प्यारिओ, मैं तो केवल रिपीट करके तुहानूं याद ही कराउणा। ते वैसे अज जिहड़ा है कंप्यूटर युग है, मीडिया का युग है, सानूं घरे बैठे सब पता लग ही रहा है किस तरह दुनिया के अंदरों दया खत्म होंदी जा रही है। गुरु नानक का मार्गदर्शन दिता होया सिखां दे अंदर दया पैदा होंदी आ। वो किसी का धर्म नहीं देखते, किसी की जात पात नहीं देखते, समय समय ते अपनी सेवा निभाउंदे आ जो बाबे नानक ने ड्यूटियां लाइयां होईयां। पर जे किते सिख किसी के हाथ आ जाए ना, वो नहीं भोरा भी तरस करदा। 20-20, 50-50 मिल के कल्ले सिख नूं केसां तो फड़ फड़ के कुटदे आ। रोज़ खबरां आउंदियां मीडिया ते मोबाइलां ते। आ बिहार दे विच भईआं ने रल के एक ट्रक वाले गुरसिख नूं कुटिया। ते गुरु प्यारिओ, ओहो ही भईए इस पंजाब दे विच आके जिन्हां नूं असीं सब कुछ दिन्ने आ, काम भी दिन्ने आ, खर्चा भी दिन्ने आ। औखे समय उन्हां नूं प्रशादे भी सिखाए खालसा एड वालियां ने, लंगर ला ला के गुरु घरां दे विचों सब दी, क्योंकि गुरु नानक दा मार्ग ही ऐसा है। पर जदों मनुख दे अंदर आ चीज़ां वस गईयां ते फिर बंदा जिन्ना मर्जी सुचता नाल भोजन बनावे, वो बंदे दी सोच माड़ी है ते सुचता नहीं उत्थे रह सकदी। को सतनाम श्री। ते जिस वेले 84 का दौर आया ते गुरु प्यारिओ, जे सरकार ने केवल संत जरनैल सिंह जी नूं ही फड़ना सी ते बाकी दे 50 गुरुद्वारियां ते हमले करने की लोड़ सी। वो तो हरमंदर साहब दे विच ही सन। मतलब कि सोच माड़ी है कि ये जिहड़ा बाबे नानक दा पंथ है इनू खत्म किया जाए। पर इहदियां जड़ां गुरु गोबिंद सिंह ने बड़ियां डूंघियां लाइयां। कहो सतनाम श्री। जिस वेले मनु ने गुरु प्यारिओ बीबियां नूं कैद कर लिया और कई बीबियां दे गोद में छोटे छोटे बच्चे सन, उन्हां तो बच्चे खो लए। ऐसे बेकिरक कुदया करने वाले ये लोग, और बच्चियां नूं खो करके उन्होंने पहला तो बीबियां नूं भुखियां रखिया ते शामां नूं बीबियां ने अरदास की, महाराज अज दा दिन तुहाडे चरनां नाल जुड़ के तुहाडे भाणे भी सुख नाल बतीत होया, रात आउण लगी आ, किरपा करिओ। मनु दे सिपाही सुनदे न ते सोचदे है भी यार इन्हां दे सिर चेहरे ते कोई दुख दा निशान ही नहीं, अज इन्हां नूं रोटी नहीं दित्ती आथन तक, ते चक्कियां पिसवाइयां उन्हां कोलों, आटे पिसवाए। ते दूसरे दिन उन्होंने गुरु प्यारिओ उन्हां दे कोलों कहंदे बच्चे खो लए ते बच्चे खो के ये दुष्ट दंद कढ़दे हुए हसदे हुए उपर वगाउंदे है ते थल्ले वर्षा करके बच्चे नूं मार दिंदे आ। फिर उन्होंने हथ बांह वढ़ के अड्डो अड्ड करके रस्सियां परो के उन्होंने हार बना के उन्होंने गल च पा दिंदे आ। और फिर भी बीबियां उस परमेश्वर नूं कहनियां शुक्र है परमेश्वर ये साडे बच्चे जिहड़े ये भी शहीदां विच गिने गए, क्योंकि हो सकता है आउण वाले समय दे विच ये वड्डे हो के सिੱਖੀ नूं कोई दाग ला जांदे। चंगा होया बचपन दे विच ही जैसी निभ ही पेड़ ते जो तैसी निभ है ओढ़, इन्हां दी भी निभ गई। अज दा दिन
ਸੁੱਖ ਨਾਲ ਬਤੀਤ ਹੋਇਆ ਹੈ, ਰਾਤ ਆਉਣ ਲੱਗੀ ਹੈ, ਸੁੱਖਾਂ ਨਾਲ ਬਤੀਤ ਕਰ ਲੈਣੀ। ਉਹ ਮਨੋਂ ਕਚੀਚੀਆਂ ਵੱਟਦਾ ਹੈ। ਤੇ ਭਾਰਤੀ ਜਿਹੜੇ ਹਨ, ਭਾਰਤ ਵਰਸ਼ ਵਿੱਚ ਰਹਿਣ ਵਾਲੇ, ਇਹ ਸਾਰੇ ਮਨੂ ਬਿਰਤੀ ਦੇ ਲੋਕ ਹੀ ਆ। ਬਈ ਇਹ ਮੇਰੇ ਦਿੱਤੇ ਹੋਏ ਦੁੱਖ ਨੂੰ ਕਿਉਂ ਨਹੀਂ ਦੁੱਖ ਕਹਿੰਦੇ ਗੇ। ਉੱਥੇ ਫਿਰ ਇੱਕ ਕਹਾਵਤ ਦੁਨੀਆ ਵਿੱਚ ਚੱਲ ਗਈ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚੌਣੇ ਹੋਏ। ਗੁਰੂ ਸਾਹਿਬਾਂ ਦੇ ਸਮੇਂ ਤੋਂ ਹੀ ਸੱਚ ਦੇ ਮਾਰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਚੱਲਦੀਆਂ ਰਹੀਆਂ, ਚੱਲ ਰਹੀਆਂ। ਤੇ 84 ਵੇਲੇ ਵੀ ਇਹੀ ਕੋਸ਼ਿਸ਼ ਸੀਗੀ। ਕੇਵਲ ਸੰਤਾਂ ਨੂੰ ਫੜਨ ਦਾ ਮਕਸਦ ਨਹੀਂ ਸੀ, ਇੱਕ ਤਾਂ ਕਿਤੇ ਰਾਜਨੀਤੀ ਵਿੱਚ ਤੀਜਾ ਜਿਹੜਾ ਹੈ ਬੰਦਾ ਉਹ ਪੈਦਾ ਨਾ ਹੋ ਜੇ, ਕਿਤੇ ਕਾਂਗਰਸ ਦੇ ਹੱਥੋਂ ਰਾਜ ਨਾ ਨਿਕਲ ਜੇ। ਇਸ ਕਰਕੇ ਇੰਦਰਾ ਗਾਂਧੀ ਨੇ ਬੜੀ ਆਪਦੀ ਪੀੜ੍ਹੀ ਵਿੱਚ ਰਾਜ ਰੱਖਣ ਵਾਸਤੇ ਲੰਮੀ ਸੋਚ ਕੇ ਹਮਲਾ ਕਰਵਾਇਆ। ਇਹ ਸਾਰਾ ਭਵਿੱਖ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਉਚਾਰ ਦਿੱਤਾ ਸੀਗਾ ਕਿ ਕਰੰਡੀ ਰਾਜ ਕਰੇਗੀ, ਪਰ ਉਹ ਵੀ ਬਹੁਤਾ ਸਮਾਂ ਨਹੀਂ ਰਹੇਗੀ। ਕਹੋ ਸਤਨਾਮ, ਅਕਸਰ ਉਹਨੂੰ ਵੀ ਮਰਨਾ ਪਿਆ। ਮੌਤ ਤਾਂ ਸਭ ਦੇ ਸਿਰ 'ਤੇ ਆ। ਤੇ ਕਿਤਨੇ ਬੇਕਿਰਕ ਹੋ ਕੇ ਉਸ ਵੇਲੇ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਹੋਰ 40-50 ਗੁਰਦੁਆਰਿਆਂ ਵਿੱਚ ਬੇਕਿਰਕ ਹੋ ਕੇ ਬਸ ਜਿਨ੍ਹਾਂ ਦੇ ਸਿਰ 'ਤੇ ਕੇਸ ਵੇਖੇ, ਜਿਨ੍ਹਾਂ ਦੇ ਸਿਰ 'ਤੇ ਸਿੱਖੀ ਦੀ ਨਿਸ਼ਾਨੀ ਦੇਖੀ, ਉਹਨਾਂ ਮੋਨਿਆਂ ਘੋਨਿਆਂ ਨੇ, ਜਿਹੜੇ ਦਿੱਲੀ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਤੇ ਹੋਰ ਅਨੇਕਾਂ ਥਾਵਾਂ ਦੇ ਉੱਤੇ ਗੁਰੂ ਪਿਆਰਿਓ ਸਿੱਖ ਵਸਦੇ ਸਨ, ਉਹਨਾਂ ਨੂੰ ਮਾਰਿਆ ਗਿਆ। ਤਸੀਹੇ ਦੇ ਕੇ ਜਿਉਂਦਿਆਂ ਦੇ ਗਲਾਂ ਵਿੱਚ ਟਾਇਰਾਂ ਨੂੰ ਅੱਗ ਲਾ ਕੇ ਪਾਇਆ ਗਿਆ। ਰਬੜ ਨੂੰ ਅੱਗ ਲੱਗੀ ਬੁਝਦੀ ਨਹੀਂ। ਤੇ ਭਿਆਨਕ ਉਸ ਦਾ ਦੁੱਖ ਦਰਦ ਹੈ। ਇਹ ਕੰਮ ਕੀਤੇ ਗਏ। ਉਸ ਦਿਨ ਨੂੰ ਅਸੀਂ ਯਾਦ ਕਰਦੇ ਹਾਂ। ਉਸ ਦਿਹਾੜੇ ਨੂੰ ਯਾਦ ਕਰਕੇ ਹੁਣ ਵੀ ਸੁਣਨ ਵਾਲਿਆਂ ਦੇ, ਯਾਦ ਕਰਨ ਵਾਲਿਆਂ ਦੇ ਰੌਂਗਟੇ ਖੜੇ ਹੋ ਜਾਂਦੇ ਆ ਵੀ ਇੱਦਾਂ ਦੇ ਲੋਕ ਵੀ ਹਨ ਇਹ ਦੁਨੀਆ ਦੇ ਵਿੱਚ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਹਨ ਉੱਥੇ ਸਪਸ਼ਟ ਉਹਨਾਂ ਦੇ ਮੂੰਹ 'ਤੇ ਹਰਿਦੁਆਰ ਦੇ ਵਿੱਚ, ਕਹਿੰਦੇ ਤੁਸੀਂ ਕਸਾਈ ਹੋ, ਤੁਸੀਂ ਮਰਾਸੀ ਹੋ, ਤੁਸੀਂ ਹੀ ਚੂੜੇ ਹੋ, ਤੁਸੀਂ ਹੀ ਠੱਗ ਹੋ, ਤੁਸੀਂ ਹੀ ਚੰਡਾਲ ਹੋ। ਕੌਣ? ਜਿਨ੍ਹਾਂ ਦੇ ਅੰਦਰ ਆ ਔਗਣ ਆ ਗਏ। ਕਹੋ ਸਤਨਾਮ ਸ੍ਰੀ। ਕਬੁੱਧ ਡੋਮਣੀ ਕੁਦਇਆ ਕਸਾਇਨ, ਪਰ ਨਿੰਦਾ ਘਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਐ। ਕਾਰੀ ਕੱਢਣੀ, ਲੰਗਰ ਬਣਾ ਕੇ ਰੱਖ ਦੇਣਾ, ਉਹਦੇ 4 ਚੁਫੇਰੇ ਪਾਣੀ ਦੀ ਲੈਣ ਖਿੱਚਣੀ, ਕਾਰਾਂ ਕਰਨੀਆਂ, ਮੰਤਰ ਪੜ੍ਹਨੇ। ਇਹਨਾਂ ਦਾ ਕੀ ਫਾਇਦਾ ਜੇ ਮਨੁੱਖ ਦੇ ਅੰਦਰੋਂ ਇਹ ਔਗਣ ਨਹੀਂ ਨਿਕਲੇ, ਜੇ ਮਨੁੱਖ ਦੇ ਅੰਦਰ ਪਿਆਰ ਨਹੀਂ ਪਿਆ। ਜੇ ਤਾਂ ਸਿੱਖ ਸੰਸਾਰ ਦੇ ਵਿੱਚ ਔਖੇ ਸਮੇਂ ਜਨਤਾ ਦੀ ਸੇਵਾ ਕਰਦੇ ਆ, ਫਿਰ ਤਾਂ ਸਾਰੇ ਕਹਿੰਦੇ ਆ ਵੀ ਸਿੱਖਾਂ ਵਰਗੇ ਬੰਦੇ ਕੋਈ ਨਹੀਂ। ਔਰ ਬਾਹਰਲੇ ਦੇਸ਼ਾਂ ਵਾਲਿਆਂ ਨੇ ਵੀ ਕਿਹਾ ਵੀ ਜਿਸ ਤਰ੍ਹਾਂ ਕਰੋਨਾ ਦੇ ਵਿੱਚ ਦੁਖੀਆਂ ਨੂੰ ਸੰਭਾਲਿਆ ਗਿਆ ਗੁਰੂ ਘਰਾਂ ਦੇ ਵੱਲੋਂ, ਲੰਗਰ ਚਲਾ ਕੇ ਹਰ ਤਰ੍ਹਾਂ ਦੀ ਮਦਦ ਕੀਤੀ ਗਈ ਦੁਖੀਆਂ ਦੀ, ਇਹ ਗੁਰੂ ਘਰ ਸਾਰੇ ਦੇਸ਼ਾਂ 'ਚ ਹੋਣੇ ਚਾਹੀਦੇ ਹੈ। ਪਰ ਜਦੋਂ ਸਿੱਖ ਆਪਦੇ ਵਾਸਤੇ ਕੋਈ ਗੱਲ ਕਰਦੇ ਆ ਰਲ ਕੇ, ਫਿਰ ਕਹਿੰਦੇ ਆ ਜੀ ਇਹ ਅੱਤਵਾਦੀ ਹੈ, ਵੱਖਵਾਦੀ ਹੈ। ਬਸ ਇਹੀ ਗੱਲ ਮਹਾਂਪੁਰਸ਼ਾਂ ਨੇ, ਕਦੇ ਮਹਾਂਪੁਰਸ਼ਾਂ ਨੇ ਨਹੀਂ ਸੀ ਕਿਹਾ ਕਿ ਅਸੀਂ ਖਾਲਿਸਤਾਨ ਬਣਾਵਾਂਗੇ। ਜਦ ਉਹਨਾਂ ਕੋਲੇ ਕਦੇ ਗੱਲ ਆਉਂਦੀ ਹੈ ਵੀ ਤੁਸੀਂ ਖਾਲਿਸਤਾਨ ਮੰਗਦੇ ਹੋ, ਤਾਂ ਉਹ ਕਹਿੰਦੇ ਸਾਡਾ ਸਾਰਾ ਦੇਸ਼ ਹੀ ਸਾਡਾ ਹੈ। ਖਾਲਸਾ ਪਾਰ ਬ੍ਰਹਮ ਕੀ ਫੌਜ, ਤੇ ਦੇਸ਼ ਵੀ ਪਰਮੇਸ਼ਰ ਦਾ ਹੈ ਤੇ ਅਸੀਂ ਵੀ ਪਰਮੇਸ਼ਰ ਦੇ ਹਾਂ, ਤੇ ਸਾਰਾ ਦੇਸ਼ ਸਾਡਾ ਹੀ ਹੈ। ਅਸੀਂ ਖਾਲਿਸਤਾਨ ਨਹੀਂ ਮੰਗਦੇ। ਹਾਂ, ਜੇ ਬੀਬੀ ਸਾਡੀ ਝੋਲੀ 'ਚ ਪਾਉਂਦੀ ਹੈ ਤੇ ਅਸੀਂ ਮੋੜਦੇ ਵੀ ਨਹੀਂ। ਭਾਵ ਇੰਦਰਾ ਗਾਂਧੀ ਤੋਂ ਹੈ ਵੀ ਜੇ ਇੰਦਰਾ ਗਾਂਧੀ ਸਾਨੂੰ ਖਾਲਿਸਤਾਨ ਦੇਣਾ ਚਾਹੁੰਦੀ ਹੈ ਤੇ ਅਸੀਂ ਮੋੜਦੇ ਵੀ ਨਹੀਂ। ਪਰ ਗੁਰੂ ਪਿਆਰਿਓ, ਅਸਲ ਵਿੱਚ ਇਹ ਤਾਂ ਇੱਕ ਬਹਾਨੇ ਹਨ। ਮਕਸਦ ਤਾਂ ਸਿੱਖ ਪੰਥ ਨੂੰ ਸੱਚ ਦੇ ਮਾਰਗ ਨੂੰ ਬੰਦ ਕਰਨਾ ਹੈ। ਪਰ ਜਿਹੜਾ ਪਰਮੇਸ਼ਰ ਦਾ ਚਲਾਇਆ ਮਾਰਗ ਹੈ, ਇਹਨੂੰ ਕੋਈ ਬੰਦ ਨਹੀਂ ਕਰ ਸਕਦਾ। ਔਰ ਭਵਿੱਖ ਦੇ ਲਈ 100 ਸਾਖੀ ਦੇ ਵਿੱਚ ਬੇਅੰਤ ਇਸ ਤਰ੍ਹਾਂ ਦੇ ਵਿਚਾਰ ਲਿਖੇ ਹੈ ਕਿ ਆਵੇਗਾ ਐਸਾ ਸਮਾਂ, ਹੌਲੀ ਹੌਲੀ ਸਾਰੇ ਸੰਸਾਰ ਦੇ ਵਿੱਚ ਹੀ ਰਵਿਦਾਸ ਜੀ ਦਾ ਬੇਗਮਪੁਰਾ
ਗੁਰੂ ਸਾਹਿਬ ਦਾ ਆਨੰਦਪੁਰਾ ਸਾਰੀ ਦੁਨੀਆ ਬਣ ਜਾਵੇਗੀ, ਸਾਰੀ ਦੁਨੀਆ ਹੀ ਖਾਲਿਸਤਾਨ ਹੋਵੇਗੀ। ਖਾਲਿਸਤਾਨ ਦਾ ਅਰਥ ਕੀ ਹੈ? ਖਾਲਿਸਤਾਨ ਦਾ ਅਰਥ ਕੋਈ ਕਿਸੇ ਨੂੰ ਮਾਰਨਾ ਲੁੱਟਣਾ ਨਹੀਂ। ਖਾਲਿਸਤਾਨ ਦਾ ਅਰਥ ਹੈ ਸਭ ਨੂੰ ਪਿਆਰ ਦੇਣਾ ਤੇ ਸਭ ਨੂੰ ਸੰਭਾਲਣਾ। ਜਿਸ ਤਰ੍ਹਾਂ ਰਣਜੀਤ ਸਿੰਘ ਜੀ ਦਾ ਰਾਜ ਰਿਹਾ, ਥੋੜ੍ਹਾ ਸਮਾਂ ਦੁਨੀਆ ਨੇ ਦੇਖਿਆ, ਭਾਵੇਂ ਥੋੜ੍ਹਾ ਸਮਾਂ ਰਿਹਾ, ਪਰ ਰਾਜਾ ਰਣਜੀਤ ਸਿੰਘ ਜੀ ਦੱਸ ਗਏ ਕਿ ਰਾਜ ਕਿਵੇਂ ਕਰਨਾ ਚਾਹੀਦਾ। ਦੁਨੀਆ ਗੱਲਾਂ ਤਾਂ ਕਰਦੀ ਆ ਰਾਜ ਨਹੀਂ ਸੇਵਾ ਦੀਆਂ, ਪਰ ਨਹੀਂ, ਸੇਵਾ ਆਪਣੇ ਘਰ ਵੱਲ ਨੂੰ ਜਾਂਦੀ ਹੈ, ਦੁਨੀਆ ਵੱਲ ਥੋੜ੍ਹਾ ਜਾਂਦੀ ਆ। ਗੁਰੂ ਕਿਰਪਾ ਕਰਨ ਸੰਸਾਰ ਨੂੰ ਅਕਲ ਆ ਜਾਵੇ ਇਹਨਾਂ ਦਿਹਾੜਿਆਂ ਤੋਂ ਵੀ ਕਿਤਨਾ ਕਤਲੇਆਮ ਦੁਨੀਆ ਦਾ ਕਰਕੇ ਵੀ ਇਹ ਖਾਲਸਾ ਫੌਜ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੈ। ਇਹਨਾਂ ਦਿਨਾਂ ਦੇ ਵਿੱਚ ਆ ਕੇ, ਇਹਨਾਂ ਦਿਨਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਇਹੀ ਦਿਨ ਇਹਨਾਂ ਨੇ ਰੱਖਿਆ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦਾ। ਕੋ ਸਤਨਾਮ, ਆਹੀ ਮਹੀਨਾ ਜੇਠ ਦਾ, ਗੁਰੂ ਪਿਆਰਿਓ ਜੂਨ ਦਾ ਮਹੀਨਾ ਇਹਨਾਂ ਨੇ ਰੱਖਿਆ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦਾ। ਇਹੀ ਸਮਾਂ ਰੱਖਿਆ ਗਿਆ ਜਦੋਂ ਗੁਰੂ ਪਿਆਰਿਓ ਬੰਦ ਕੱਟੇ ਗਏ, ਸਿੰਘ ਦੇ ਭਾਈ ਮਣੀ ਸਿੰਘ ਜੀ ਦੇ ਬੰਦ ਕੱਟੇ ਗਏ, ਉਦੋਂ ਵੀ ਇਹੀ ਸਮੇਂ ਰੱਖੇ ਗਏ। ਭਾਵ ਇਹ ਸਾਨੂੰ ਵਾਰ-ਵਾਰ ਜ਼ਖਮਾਂ ਦੇ ਉੱਤੇ ਲੂਣ ਛਿੜਕੇ ਦੁਨੀਆ ਨੂੰ ਯਾਦ ਕਰਾਉਂਦੇ ਆ, ਸਿੱਖਾਂ ਨੂੰ, ਵੀ ਤੁਹਾਡੇ ਵਾਸਤੇ ਆਹ ਕੁਝ ਹੈ। 84 ਵਿੱਚ ਫਿਰ ਉਹੀ ਸਮਾਂ ਰੱਖਿਆ ਗਿਆ। ਇਸ ਸਾਲ ਦੇ ਵਿੱਚ ਅਸੀਂ ਉਹ ਦਿਹਾੜਾ ਮਨਾ ਰਹੇ ਹਾਂ ਤੇ ਕੁਝ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਲੋਕ ਵੱਡੇ ਬੋਰਡ ਬਣਾ ਕੇ ਸੜਕਾਂ 'ਤੇ ਲਾਉਂਦੇ ਨੇ ਬਈ ਆਹ ਜਿਹੜਾ ਦਿਨ ਹੈ ਇਹ ਅੱਤਵਾਦ ਨੂੰ ਖਤਮ ਕਰਨ ਦਾ ਦਿਹਾੜਾ ਹੈ। ਕਹੋ ਸਤਨਾਮ। ਫਿਰ ਲੜਾਈ ਤਾਂ ਹੋਣੀ ਹੈ, ਫਿਰ ਕਹਿੰਦੇ ਜੀ ਸਿੱਖ ਲੜਦੇ ਆ, ਜਾਣ ਬੁੱਝ ਕੇ ਮਤਲਬ ਡਿਸਟਰਬ ਕਰਨਾ। ਗੁਰੂ ਕਿਰਪਾ ਕਰਨ ਇਹਨਾਂ ਨੂੰ ਅਕਲ ਆ ਜਾਵੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਾਰੀ ਕੱਢੀ ਕਿਆ ਥੀ ਹੈ। ਤੁਸੀਂ ਸੁੱਚਤਾ ਵਿੱਚ ਕਿਵੇਂ ਪਰਵਰਤ ਹੋ ਜਾਓਗੇ, ਤੁਸੀਂ ਕਿਵੇਂ ਸੁੱਚੇ ਹੋ ਜਾਓਗੇ ਜਾਂ ਤੁਹਾਡੇ ਅੰਦਰ ਇਹ ਸੋਚ ਮਾੜੀ ਹੈ। ਕਬੁੱਧ ਡੋਮਣੀ ਕੁਦਇਆ ਕਸਾਇਨ ਪਰ ਨਿੰਦਾ ਘਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਫਿਰ ਮਹਾਰਾਜ ਅਸੀਂ ਕੀ ਕਰੀਏ? ਉਹਨਾਂ ਬ੍ਰਾਹਮਣਾਂ ਨੇ ਹਰਿਦੁਆਰ ਦੇ ਵਿੱਚ ਬਾਬੇ ਨਾਨਕ ਨੂੰ ਪੁੱਛਿਆ ਅਸੀਂ ਕੀ ਕਰੀਏ? ਸੱਚ ਸੰਜਮ ਕਰਨੀ ਕਾਰਾਂ। ਸੱਚ ਹੈ ਸੰਜਮ ਨਾਲ ਜੁੜਨਾ, ਸਬਰ ਸੰਤੋਖ ਨਾਲ ਜੀਵਨ ਬਤੀਤ ਕਰਨਾ, ਸੱਚ ਦੇ ਮਾਰਗ ਤੇ ਚੱਲ ਕੇ ਰਹਿਣਾ। ਕਰਨੀ ਕਾਰਾਂ, ਪਾਣੀ ਦੀ ਲਖੀਰ ਮਾਰਿਆ ਕਾਰ ਨਹੀਂ ਹੈ, ਚੰਗੀ ਕਰਨੀ ਦੇ ਨਾਲ ਜੀਵਨ ਬਤੀਤ ਕਰਨਾ, ਚੰਗਾ ਜੀਵਨ ਜਿਉਣਾ। ਨਹਾਵਣ ਨਾਉ ਜਪੇ ਹੀ। ਕੇਵਲ ਕੋਈ ਹਰਿਦੁਆਰ ਗੰਗਾ ਦੇ ਵਿੱਚ ਨਹਾ ਕੇ ਪਵਿੱਤਰ ਨਹੀਂ ਹੋ ਜਾਂਦਾ ਜਿੰਨਾ ਚਿਰ ਉਹ ਆਪਣੇ ਦਿਮਾਗ ਨੂੰ, ਬੁੱਧੀ ਨੂੰ ਨਹੀਂ ਬਦਲਦਾ। ਕਹੋ ਸਤਨਾਮ ਸ੍ਰੀ। ਇਸ ਕਰਕੇ ਪਰਮੇਸ਼ਰ ਦਾ ਨਾਮ ਜਪੋ, ਆਪਣੀ ਸੁਰਤੀ ਨੂੰ ਸਾਫ਼ ਕਰੋ, ਸੋਚ ਨੂੰ ਸਾਫ਼ ਕਰੋ, ਦੂਜਿਆਂ ਦੇ ਪ੍ਰਤੀ ਦਇਆ ਵਰਤੋ, ਫਿਰ ਤੁਸੀਂ ਅਸਲੀ ਬ੍ਰਾਹਮਣ ਹੋ ਸਕਦੇ ਹੋ। ਨਹੀਂ ਤਾਂ ਫਿਰ ਤੁਹਾਡੇ ਅੰਦਰ ਦਇਆ ਨਹੀਂ ਤੇ ਤੁਸੀਂ ਬ੍ਰਾਹਮਣ ਵੀ ਚੰਡਾਲ ਹੋ। ਕਹੋ ਸਤਨਾਮ ਸ੍ਰੀ। ਹਰਿਦੁਆਰ ਦੇ ਵਿੱਚ ਗਿਆਨ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਜੇ ਤੁਹਾਡੇ ਅੰਦਰ ਐਸੇ ਔਗਣ ਹਨ ਤੇ ਬੰਦਾ ਔਗਣਾਂ ਨਾਲ ਹੀ ਚੋਰ ਤੇ ਗੁਣਾਂ ਦੇ ਨਾਲ ਸਾਧ ਮੰਨਿਆ ਜਾਂਦਾ ਹੈ। ਇੱਥੇ ਜਾਤ ਪਾਤ ਜਿਹੜੀ ਆ ਉਹਦੇ ਨਾਲ ਕੋਈ ਚੰਗਾ ਮਾੜਾ ਨਹੀਂ ਹੋ ਸਕਦਾ ਗਾ। ਜਿਸ ਤਰ੍ਹਾਂ ਉਹਨਾਂ ਸਮਿਆਂ ਦੇ ਬ੍ਰਾਹਮਣਾਂ ਨੇ ਸੰਸਾਰ ਨੂੰ 4 ਭਾਗਾਂ ਵਿੱਚ ਵੰਡ ਦਿੱਤਾ, ਛਤਰੀ ਬ੍ਰਾਹਮਣ ਸੂਦ ਵੈਸ, ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ, ਇਸ ਤਰ੍ਹਾਂ ਮਨੁੱਖਤਾ ਨੂੰ ਨਾ ਵੰਡੋ। ਮਨੁੱਖਤਾ ਇੱਕ ਹੈ, ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਵੋ। ਕਰਤਾ ਕਰੀਮ ਸੋਈ ਰਾਜ ਕਰ ਹੀ ਮੋਹੀ, ਦੂਸਰੋ ਨਾ ਭੇਦ ਕੋਈ ਭੂਲ ਭਰਮ ਮਾਨਵੋ। ਸਾਰਿਆਂ ਵਿੱਚ ਹੀ ਪਰਮੇਸ਼ਰ ਦਾ ਵਾਸਾ ਹੈ। ਸਿੱਖੋ ਭਾਈ ਕਨ੍ਹਈਆ ਜੀ ਦੇ ਜੀਵਨ ਤੋਂ ਕਿ ਉਹ ਜਲ ਛਕਾਉਂਦੇ ਹੋਏ ਮੁਸਲਮਾਨਾਂ ਨੂੰ ਵੀ ਜਲ ਛਕਾ ਰਹੇ ਆ, ਕਿਉਂਕਿ ਪਾਣੀ ਸਭ ਦਾ ਸਾਂਝਾ ਹੈ। ਕਹੋ ਸਤਨਾਮ। ਜਿੱਥੇ ਸਿੱਖ ਫੌਜਾਂ ਨੂੰ ਪਾਣੀ ਛਕਾਉਂਦੇ ਆ ਉੱਥੇ ਮੁਸਲਮਾਨਾਂ ਨੂੰ ਵੀ ਛਕਾਉਂਦੇ ਹੈ। ਜਦ ਲੰਗਰ ਚੱਲਦਾ ਤੇ ਇਹੀ ਸਿੱਖ ਸੰਤ ਦੇ ਰੂਪ 'ਚ ਹੈ, ਤੇ ਜਦ ਕੋਈ ਸਿੱਖ ਤੇ ਅਟੈਕ ਕਰਦਾ ਤੇ ਫਿਰ ਇਹੀ ਸਿੱਖ ਜਿਹੜਾ ਸਿਪਾਹੀ ਦੇ ਰੂਪ ਦੇ ਵਿੱਚ ਵੀ ਹੈ। ਸਤਿਗੁਰਾਂ ਨੇ ਸਿੱਖ ਦੇ ਵੀ ਚਾਰੇ ਹੀ ਗੁਣ ਭਰੇ, ਛਤਰੀਆਂ ਵਾਲੇ ਵੀ, ਗੁਰਬਾਣੀ ਦਾ ਗਿਆਨ ਰੱਖਣ ਕਰਕੇ ਇਹ ਉੱਚਾ ਗਿਆਨੀ ਬ੍ਰਾਹਮਣ ਵੀ ਹੈ,
और गुरु प्यारिओ जद सौदा करदा है तो सौदे भी सच है तो एवैश भी है, तो जदों ये सफाई करदा सेवा करदा लंगर छकाउंदा दरियां झाड़दा झाड़ू मारदा तो ये शूद्र वाला काम भी करदा है। ये सारे गुण सिख दे विच सतगुरां ने भरने कीते। मनुख दे विच हर तरह का गुण होना चाहिए, औगण नहीं होने चाहिए। सत संजम करनी कारा नावन नाव जपेही नानक अग्गै उत्तम सेई। परमेश्वर के दर ते ओहो ही प्रवान होणगे, ओहो ही उत्तम मन्ने जाणगे, चंगे मन्ने जाणगे जे पापां पंध न देही, जे पापां वल पैर नहीं चक्कणगे। गुरु प्यारो जी 47 का दौर देखिए तो उस वेले भी जदों पाकिस्तान ते हिंदुस्तान की वंड हुई तो बहुत सारा कतलेआम होया। इधर मुसलमानों को वढ़िया गया, उधर हिंदुओं सिखां नूं मारिया गया। कोई सतनाम श्री। उदों भी पंजा साहब के स्टेशन ते पंजा साहब के इलाके दीयां संगतां ने उस रेल गड्डी दे विच कीते हुए कैदियां नूं लंगर छकाउण वास्ते स्टेशन ते लंगर का इंतजाम किया। उस मचदी अग विच भी ते मौके दे टीटी नूं बाबू नूं रेलवे दे बंदे नूं कहा भी गड्डी रोक दिओ थोड़े समय दे लई। वो कहना गड्डी इत्थे नहीं रुकेगी। जवाब देता। पर सिखां दा ਸਿੰਘਾਂ दा जज्बा देखो, उन्होंने गुरु प्यारो रेल दे उत्ते धरना लाता पटड़ी ते गड्डी चीका मारदी आ रही है ते सिंह लम्मे पैन रेल ते पटड़ी ते फिर वेख्या भी इन्हां दा सच दा मार गया। परमेश्वर ने भी मदद की ते ओ रेल 2 ਸਿੰਘਾਂ नूं शहीद करके, जिन्हां चों एक दा नाम प्यारा सिंह है ते एक होर सिंह है, 2 ਸਿੰਘਾਂ नूं शहीद करके वो गड्डी उत्थे जाम हो गई। मुड़ के वो गड्डी अगे नहीं जा सकी, रुकना पिया गड्डी नूं। और ਸਿੰਘਾਂ ने जिहड़ा लंगर तैयार किया सी उन्हां कैदियां नूं जिहड़े गड्डी दे विच बहुत सारे वड्डे हुए सन, बहुत सारे तड़फदे सन, बहुत सारे दुखी सन, तुन तुन के गड्डी भरी हुई सी। पाकिस्तान वेले पासों इधर नूं भेज रहे सी भर भर गड्डियां, इधरों उधर नूं लिजा रहे सी। भाव सरकारां दीयां बदनीतियां दुखी जनता हुंदी आ। कोई सतनाम श्री। सरकारां दीयां बदनीतियां दे कारण संसार दे विच जनता ही दुखी हुंदी है। जदों भी लुट्टी मारी जाती है वो जनता ही लुट्टी मारी जाती है। गुरु कृपा करन संसार नूं अकल आ जावे। इस करके परमेश्वर के दर ते ओही प्रवान होणगे जिहड़े पापां वाले पासे पैर ना रखणगे। उस वेले भी बहुत सारे मुसलमानां ने अपने पुराने दोस्तां हिंदुआं सिखां नूं संभालना कीता और बहुत सारे सिखां ने हिंदुआं ने मुसलमानां दी रक्षा की। उन्होंने बच्चियां नूं लुको के उन्होंने आसे पासे करके गुरु प्यारिओ उन्हां लोकां तो बचाया जो बुरशागर्दी गुंडागर्दी करते फिरदे सन, गलियां दे विच लोकां नूं वेख के मारते फिरदे सन। उन्हां तो बचाउण वास्ते पुरानी दोस्ती भी बहुत लोगों ने निभाई उन्हां समयां दे विच। कोई सतनाम श्री। प्रीतम जी कहते जे बंदे दे अंदर सच होवे, सबर संतोख होवे, उस वे लोगों ने लुटमार भी की। दिल्ली दे विच बड़ी लुटमार हुई ते गुरु प्यारिओ जिस वेले संत जरनैल सिंह वेले 50 गुरुद्वारिਆਂ 'ਚ लुटमार हुई, 50 ਥਾਵਾਂ ਤੇ लुटमार हुई। उस वेले सारे लड्डू बनते सन ते जिस वेले इंदिरा गांधी मरी उस वेले कहने साडी मां मारती। सारे कहन लगे विचों कुछ लोग साडी मां मारती जी। ते राजीव गांधी का बयान सीगा जदों इंदिरा गांधी के मरण तो बाद कतलेआम शुरू होया, उन्हें यह तो की कहना सी कि रुको, बल्कि कहना जो वड्डा दरख्त डिगदा है तो इहो जिहा भुचाल आउंदा ही आ। कोई सतनाम श्री। अमिताभ बच्चन ने भी उस वेले कहा सीगा बई साडी मां मारती है, जिन्हें सिख है जिहड़ा सिख दिसदा मार दिओ उसनूं। इस करके संसार दे विच जदों भी कतलेआम हुंदा है उदों आम जनता जिहड़ी है वो कतलेआम कीती जांदी आ। ये राजनीति का ही
गुरु प्यारो फल संसार नूं दिता जाता है, जिन्हां नूं असीं गद्दियां ते बिठाउणे आ। हिंदुस्तान की जिहड़ी है GDP है, जिहड़ी हिंदुस्तान दे विच जिहड़ी लैन सी, गड्डी लैन ते चढ़ी हुई सी, वो लैन तो ला के रख दित्ती है साइड ते। किसान बिना लोड़ तो नहीं उत्थे बैठे गए इन्ना इन्ना समय तो घर बार छड्ड के, पता भी आने वाले समय विच होना की आ। सारियां जमीनां दे माल कारपोरेट घराणे बन जाणगे और साडे बच्चे जिहड़े उन्हां दे गुलाम होणगे। केवल जिउण जोगा दिता जावेगा, खाण नूं ते काम वध कराया जावेगा। आने वाले समय का पता लग पिया। गुरु कृपा करने कहते सबर रखो, जे तुहानूं राज दिता है तो सबर दे नाल राज भाग करो। कोई ये तो है नहीं कि किसी ने करोड़ों रुपया जोड़ के कोठे च पा लिया तो जाता होया सारे खत्म करके जाएगा, सारे खा जाऊगा। बंदे ने खाने तो 4 प्रशादे आ। कारू वर्गिया ने 45 गंज माया जोड़ के इकट्ठी कर ली सी। पातशाह ने उन्होंने भी जाके समझाया, भलिया तेरे देश के लोग तो मरी जाते आ, दूजे देशों में तुरे जाते आ, किसान मरी जाते आ, नौजवान दूजे देशों में तुरे जाते आ, तू राज किते करदा। उस वेले कारू ने भी 45 गंज माया के खजाने फिर सारे सूबियां विच हुक्म दे के खोलते ते गरीबां दे विचों माया वंडी। तां ही दुनिया चलती है, जे माया चलती रहे। जब इसनूं कोई गैब करके एक थां ते बन के रख लैंदा है, सारी दुनिया खड़ जाती है। ये चलते रखने वास्ते बनाई है माया परमेश्वर ने। गुरु पातशाह जी कहते सच संयम करनी कारां चंगी करनी होवे। बंदा सबर संतोख ते चले, सच ते चले। नहावन नाओ जपे ही परमेश्वर का नाम जपो, वंड छको किरत करो। ये 3 नारे बाबे नानक ने सब नूं दिते हन, कले सिखां नूं नहीं दिते, सारी दुनिया नूं दिते है नारे बाबे नानक ने। बाबा नानक सारी दुनिया विच गया ते हरद्वार दे विच ये गल्लां होईयां जिहड़ी शब्द की कथा जापा कर रहे हैं। नानक अग्गे उत्तम सही, जे पापां पंध न देही, उत्थे ओही परवान होवेगा जिहड़ा माड़े पासे पैर नहीं धरूगा। महला पहला, क्या हंस क्या बगला जाको नदर करे। गुरु कृपा करे, परमेश्वर दे अगे अरदास करदे आ, महाराज ठीक है दुनिया बगलियां दी न्याई हो चुकी आ। जिस तरह बगला बाहरों चिट्टा है, छप्पड़ दे किनारे ते खड़ जांदा है, अखां मीच के ते डड्डू मच्छियां सोचते हैं बहुत भोला भाला जानवर है, उहदे आसे पासे तुरे फिरदे है। ते कदे कदे अख जी खोल के वेखदा, जिहड़ी नेड़े हुंदी आ उहनूं हड़प जांदा, फिर अखां बंद करके एक पैर तां चक के खड़ जांदा। को सतनाम श्री बाबा नानक जी उस हरद्वार दे विच जाके उन्हां लोकां नूं गल्लां करदे आ भी तुसीं केवल ते केवल इत्थे आह काम कीता होया है, तुहाडा लंगर भी खाण दे योग नहीं है, तुसीं लोकां नूं लुੱਟਣ दे वास्ते इत्थे कर्मकांड पखंड चलाया होया, सीधे रस्ते ते आ जाओ। परमेश्वर नूं कहंदे इन्हां बगलियां नूं हंस बना दे, भाव इन्हां नूं ज्ञान दे दे। क्या हंस क्या बगला जाको नदर करे। परमेश्वर अगे बेनती कीती, इन्हां ते किरपा कर, इन्हां नूं समत बख्श। हरद्वार दे विच जिस वेले बाबा जी गए, जदों पुठे पासे पानी सिटिया उन्होंने, को सतनाम श्री जो तिस भावै नानका कागो हंस करे। जे परमेश्वर चाहे तो वह तो कावां नूं भी हंस बना दिंदा है। जिस तरह सज्जन ठग वर्गे कां दी बिरती वाले गुरु प्यारिओ अनेकां ही जीवां नूं सीधे रस्ते पाया जाके बाबे नानक ने उत्थे भी अरदास करदे आ, हरद्वार जाके भी इन्हां नूं समत बख्शो, अकल बख्शो। जिथे बैठ के बाबे नानक ने ज्ञान दिता सी उत्थे गुरुद्वारा गोदड़ी साहब सीगा, पर इन्हां अकिरत घणा ने वो गोदड़ी साहब गुरुद्वारा भी खत्म करता भी इत्थे सच का निशान ना किते रह जे। को सतनाम सच बोलण वाले की निशानी ना रह जे। समय समय ते सच दे झूठ दे लड़ाई हुंदी रहिंदी आ। सच जदों उभरदा झूठ खत्म हुंदा ते जां झूठ नूं खत्म होने का खतरा हुंदा वो सच नूं दबाउण दी कोशिश करदा। ये चलदा ही आ रहा पिछों शुरू तो। प्रीतम जी कहंदे आओ आपां हर काम दे लई परमेश्वर अगे बेनती करिए पौड़ी
कीता लोड़ीए काम सो हर पै आखी है। उत्थे जिहड़ी जनता इकट्ठी हुई है उन्हां नूं दसदे हन कि तुसीं ये कर्मकांड पखंड छड्ड के परमेश्वर नाल जुड़ो। सोडा कोई भी कारज है परमेश्वर अगे अरदास करो। कीता लोड़ीए काम सो हर पै आखी है। कारज दे सवार सतगुर सच साखी है। सच साखी है। मैं रब नूं मुख रख के कहना कि तुसी परमेश्वर अगे अरदास करो, परमेश्वर नाल सही ढंग नाल जुड़ो, तुहाडे सारे कारज रास होणगे। संतां संग निधान अमृत चाखी है। परमेश्वर दे प्यारियां दी संगत करो, उन्हां नाल रह के निधान वड्डा अमृत नाम दा रस पीओ। गुरमुखां दी संगत करो, नाम जपण वालियां दी संगत करो। आओ अरदास करिए उस परमेश्वर दे अगर भै भंजन डरां नूं खत्म करने वाला परमेश्वर सारी दुनिया जो उन्हां दे सामने बैठी है उन्हां वास्ते अरदास करदे। बाबा नानक जी साडे वास्ते भी करदे है। भै भंजन मेहरबान दास की राखी है। हे परमेश्वर इस संसार की इज्जत रख, इन्हां नूं सीधे रस्ते पा, इन्हां नूं अकल आवे। नहीं तो अकिरत कण किड्डा माड़ा है, कुत्ते दे मांस तो भी माड़ा है। ये अकिरत कणा वाले काम है। हरमंदर साहब दे विच भी गोलियां चलियां, जो ग्रंथी ताबिया बैठे वो भी शहीद होए, रागी भी शहीद किए गए, होर तां होर श्री गुरु ग्रंथ साहिब महाराज जी दी भी गोलियां वजियां विच उहदे अज तक वो सरूप संभाल के रखे हुए हैं। भारत दियां नाकामियां दियां ये निशानियां गुरु प्यारे हो। इस तरह सतगुरु पातशाह जी ने तो ज्ञान की बख्शिश की है, ज्ञान का भंडारा बख्शिया। गुरु ग्रंथ साहिब तो सब का मार्गदर्शन करने वास्ते बनाया, पर गुरु ग्रंथ साहिब जी की ही बेअदबी करके भारत दे विच ये जंग युद्ध ये रौले रप्पे चालू रखते हैं माड़े लोग। को सतनाम सिंह कोटकपूरे दे विच उन्हां दिनां विच ही श्री ग्रंथ साहिब जी महाराज की बेअदबी की गई बाइबल कलां दे विच। भाव समय समय ते लोग चाहते हैं कि पंजाब दे विच हल्ला गुला जिहा चलदा रहे, दुनिया बस इसे पासे ध्यान लाई रखे, कोई चज दे पासे ध्यान ना लगे, ना कोई नौकरियां वाल ध्यान नहीं लवाउणा, कोई सीधे रस्ते वाल नहीं लवाउणा। बस इस तरह दुनिया नूं चक्कर च पाई रखना ते अपने राजनीति करी जाना। इहो जिहे लोकां नूं भाई गुरदास जी ने अकिरत कण कहा। उन्हां दी एक पौड़ी सांझी करके आपां समाप्ति करदे हां। भाई साहब जी कहते मद विच रिद्धा पा के कुत्ते का मास, शराब पीण वालियां ने शराब दे विच मास रहिंदे आ ते मास भी काहदा कुत्ते का। मद विच रिद्धा पा के कुत्ते का मास ते उस घर विच जिहड़ी कोई झाड़ू पोचा लाउंदी है बीबी, उहनूं लोग चूड़ी कहंदे सी, बाबा चूड़ा कहंदे है निंदिया करन वाले नूं। पर चलो जिवें भाई गुरदास ने उस समय मुताबक लिखे आ, वो बीबी झाड़ू पोचा करने वाली भी आपदे घरे रोटी लैके जा रही है। कर ढक लै चली चूड़ी घर भोग बिलास, वो रोटी कौला एक लिया उन्होंने ढकिया हुआ लिबड़े पौने दे नाल। भरिया मांस खोपड़ी ते समंजी वास्ते कौला भी खोपड़ी दे बनाया। खोपड़ी दे विच उसने वो माल पा लिया खाण वास्ते, मांस कुत्ते का बनाया होया, शराब च रिन्निया होया। मद विच रिद्धा पा के कुत्ते का मांस ढक लै चली चूड़ी कर भोग विलास, भरिया मांस खोपड़ी ते संबंधी वास, रत्तू भरिया कपड़ा कर कज्जन तास, लिबड़ा पौना खून का उन्हें ढकिया होया। कर कज्जन तास रस्ते दे विच पुछिया, राह विच कोई जानिया पछाणिया टक्कर गया, अपना सुभाव ही है बला लेना। तो पुछदा की लई जानी है, वो कहती तैनों की। मैं तो वैसे ही पूछ लिया भी खान चीज़ है कोई, आहो ते कपड़ा इन्ना गंदा दिता पौना उत्ते। रस्ते दे विच पुछिया लाहे विश्वास, ते वो बीबी अगों पता की जवाब देंदी, कहीं तू की लेना। वो कहता विखा, कहती नहीं विखाउंदी। वो कहते इहो जी किहड़ी चंगी चीज़ जिहड़ी विखाउंदी नहीं। कहती की पता तू एदों भी माड़ा होवे। नजरी पवै अकिरत घन ते संबंधी वास, कहन लगे किते इहदे उत्ते अकिरत घन की निगाह पै गई, ये मेरे खान दे काम दा नहीं रहना गा।
ਹੁਣ ਹਿਸਾਬ ਲਾ ਲਓ ਵੀ ਅਕਿਰਤ ਘਣ ਨੂੰ ਭਾਈ ਸਾਹਿਬ ਜੀ ਨੇ ਹਿਸਾਬ ਕਿਤਾਬ ਦੇ ਨਾਲ ਕਿੰਨਾ ਮਾੜਾ ਦੱਸਿਆ, ਕੁੱਤੇ ਦੇ ਮਾਂਸ ਤੋਂ ਵੀ ਮਾੜਾ ਦੱਸਿਆ। ਅਕਿਰਤ ਘਣ ਉਹ ਹੈ ਜਿਹੜੇ ਵੱਡਿਆਂ ਦੀਆਂ ਕੀਤੀਆਂ ਨੂੰ ਭੁੱਲ ਜਾਂਦੇ ਆ, ਜਿਨ੍ਹਾਂ ਨੇ ਕਿਸੇ ਵੇਲੇ ਸਾਡਾ ਭਲਾ ਕੀਤਾ, ਕਿਸੇ ਵੇਲੇ ਸਾਡੀ ਜਾਨ ਬਚਾਈ, ਤੇ ਜਦੋਂ ਉਹ ਲੋਕ ਭੁੱਲ ਕੇ ਫਿਰ ਆਪ ਹੁਦਰੀਆਂ ਤੇ ਉਤਰੇ ਆਉਂਦੇ ਆ, ਫਿਰ ਉਹਨਾਂ ਨੂੰ ਅਕਿਰਤ ਘਣ ਕਹਿੰਦੇ ਆ। ਬਾਬਾ ਨਾਨਕ ਤਾਂ ਸਭ ਦਾ ਭਲਾ ਲੋਚਦਾ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਸਤਿਗੁਰੂ ਅਰਦਾਸ ਕਰਦਾ, ਪਹਿ ਮੰਜਨ ਮਿਹਰਬਾਨ ਦਾਸ ਕੀ ਰਾਖੀ ਹੈ, ਨਾਨਕ ਹਰ ਗੁਣ ਗਾਏ ਅਲਖ ਪ੍ਰਭ